ਨਹੀਂ, ਗੱਲਾਂ ਤਾਂ ਸਾਰੀਆਂ ਛੱਡੋ। ਕੀ ਸਿਆਸਤ 'ਤੇ ਗੱਲ ਕਰਨੀ ਅਤੇ ਕੀ ਮਈਸ਼ਤ ਦੇ ਉੱਤੇ ਅਤੇ ਕੀ ਆਲਮੀ ਤਅਲੁਕਾਤ ਦੇ ਉੱਤੇ। ਅਤੇ ਇੱਕ ਕਹਾਣੀ ਸੁਣ ਲਵੋ ਅੱਜ, ਔਰ ਉਹ ਕਹਾਣੀ ਦੇ ਆਖਰ ਦੇ ਵਿੱਚ ਅਗਰ ਤੁਸੀਂ ਕਿਸੇ ਗੱਲ ਦੇ ਨਾਲ ਉਹਨੂੰ ਰਿਲੇਟ ਕਰ ਲਵੋ ਅਤੇ ਮੈਂ ਸਮਝਾਂਗਾ ਮੇਰੀ ਜਿਹੜੀ ਇਹ ਮਿਹਨਤ ਹੈ ਉਹ ਸਾਰੀ ਮੁੜ ਪਈ। ਹੋਇਆ ਇੰਝ ਕਿ ਇੱਕ ਇਲਾਕੇ ਦੇ ਵਿੱਚ ਛੱਪੜ ਸੀ, ਔਰ ਉਸ ਛੱਪੜ ਦੇ ਵਿੱਚ ਡੱਡੂ ਰਹਿੰਦੇ ਸਨ। ਡੱਡੂਆਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਕੋਈ ਹੁਕਮਰਾਨ ਨਹੀਂ ਹੈਗਾ, ਜਿਹਦਾ ਜੋ ਦਿਲ ਕਰਦਾ ਹੈ ਉਹ ਕੀਤੀ ਜਾ ਰਿਹਾ ਹੈ। ਇੰਤਸ਼ਾਰ ਹੈ, ਜੇ ਕੋਈ ਫੈਸਲੇ ਕਰਨ ਦੀ ਜ਼ਰੂਰਤ ਪੈਂਦੀ, ਕੋਈ ਦਾਨਿਸ਼ਮੰਦ ਨਹੀਂ ਮਿਲਦਾ, ਉਹ ਫੈਸਲਾ ਹੋ ਜਾਵੇ ਅਤੇ ਉਹਦੇ 'ਤੇ ਅਮਲ ਦਰਾਮਦ ਨਹੀਂ ਹੁੰਦਾ। ਨਾ ਮਈਸ਼ਤ ਬਿਹਤਰ ਹੁੰਦੀ, ਨਾ ਹਮਸਾਇਆ ਮੁਲਕਾਂ ਦੇ ਨਾਲ ਤਲਕ ਬਿਹਤਰ ਹੁੰਦੇ ਨੇ, ਨਾ ਜਨਾਬ ਉਹਨਾਂ ਦੀ ਕੋਈ ਇੱਜ਼ਤ ਹੁੰਦੀ ਹੈ, ਅਤੇ ਹਾਲਾਤ ਬਹੁਤ ਖਰਾਬ ਹੁੰਦੇ। ਡੱਡੂ ਆਖਰ ਰੱਬ ਤੋਂ ਦੁਆ ਕਰਦੇ ਨੇ ਕਿ ਰੱਬ ਕੋਈ ਸਾਨੂੰ ਵੀ ਬਾਦਸ਼ਾਹ ਦੇ ਜਿਹੜਾ ਸਾਡੇ ਮਾਮਲਾ ਚਲਾਵੇ। ਅਤੇ ਉਹ ਦੁਆ ਕਰਦੇ ਨੇ ਅਤੇ ਇੰਨੀ ਦੇਰ ਅਸਮਾਨੋਂ ਇੱਕ ਜਾਨਵਰ ਜਿਹੜਾ ਉਹ ਡਿੱਗਦਾ, ਉਹਨਾਂ ਦੇ ਛੱਪੜ 'ਚ ਆ ਡਿੱਗਦਾ ਅਤੇ ਉਹ ਪਿਆ ਰਹਿੰਦਾ। ਡੱਡੂ ਪਹਿਲੇ ਦੇਰ ਤਾਂ ਡਰਦੇ ਨੇ, ਥੋੜ੍ਹੀ ਦੇਰ ਇੰਤਜ਼ਾਰ ਕਰਦੇ ਨੇ, ਅਤੇ ਫਿਰ ਉਹ ਇੱਕ ਬੜਾ ਨੱਡਾ ਡੱਡੂ ਜਿਹੜਾ ਹੈ ਉਹ ਕੋਈ 2-4 ਛਾਲਾਂ ਮਾਰ ਕੇ ਅਤੇ ਉਹ ਬਾਦਸ਼ਾਹ ਸਲਾਮਤ ਦੇ ਕੋਲ ਜਾਂਦਾ, ਵੇਖਦਾ ਅਤੇ ਬਾਦਸ਼ਾਹ ਜਿਹੜਾ ਹੈ ਉਹਦੀਆਂ ਅੱਖਾਂ ਜਿਹੜੀਆਂ ਨੇ ਖੁੱਲ੍ਹੀਆਂ ਨੇ ਅਤੇ ਖੁੱਲ੍ਹੀਆਂ ਨੇ, ਹੱਡ ਪੈਰ ਵੀ ਨਹੀਂ ਹਿਲਾ ਸਕਦਾ। ਉਹਨੂੰ ਹਿੰਮਤ ਪੈਂਦੀ ਅਤੇ ਥੋੜ੍ਹਾ ਜਿਹਾ ਹੋਰ ਛਾਲ ਮਾਰ ਕੇ ਉਹ ਬਾਦਸ਼ਾਹ ਦੇ ਢਿੱਡ 'ਤੇ ਆ ਖੜੋ, ਅਤੇ ਬਾਦਸ਼ਾਹ ਫਿਰ ਵੀ ਹਰਕਤ ਨਹੀਂ ਕਰਦਾ। ਏਡਾ ਬੇਅਮਲ ਸੁਸਤ ਬਾਦਸ਼ਾਹ ਉਹ ਬਾਕੀ ਡੱਡੂਆਂ ਨੂੰ ਵੀ ਕਹਿੰਦਾ, ਉਹ ਵੀ ਛਾਲਾਂ ਮਾਰਦੇ ਉਹਦੇ ਉੱਤੇ ਆ ਜਾਂਦੇ ਨੇ, ਉਹਦੇ ਪਿੰਡੇ ਦੇ ਉੱਤੇ। ਔਰ ਫਿਰ ਉਹ ਰੱਬ ਨੂੰ ਉੱਥੇ ਖਲੋਤੇ ਕਹਿੰਦੇ ਨੇ ਕਿ ਰੱਬ, ਇਹ ਤੂੰ ਕਿੰਝ ਦਾ ਬਾਦਸ਼ਾਹ ਸਾਨੂੰ ਦੇ ਦਿੱਤਾ, ਸਾਨੂੰ ਕੋਈ ਇੰਝ ਦਾ ਬਾਦਸ਼ਾਹ ਦੇ ਜਿਹੜਾ ਕੋਈ ਹੁਸ਼ਿਆਰ ਹੋਵੇ, ਜਿਹੜਾ ਕੋਈ ਹਰਕਤ ਕਰਦਾ ਹੋਵੇ। ਅਤੇ ਇਹਨਾਂ ਜਦੋਂ ਕਹਿੰਦੇ ਨੇ ਅਤੇ ਰੱਬ ਕਹਿੰਦਾ ਅੱਛਾ ਚਲੋ ਠੀਕ ਹੈ, ਤੁਹਾਡਾ ਬਾਦਸ਼ਾਹ ਬਦਲ ਦਿੰਦੇ। ਇੱਕ ਹੋਰ ਬਾਦਸ਼ਾਹ ਆ ਜਾਂਦਾ ਜੀ, ਇੱਕ ਐਸਾ ਜਾਨਵਰ ਜਿਹੜਾ ਡੱਡੂ ਖਾਂਦਾ ਹੈ। ਉਹ ਡਿੱਗਦੇ ਨਾਲ ਹੀ ਛੱਪੜ 'ਚ ਡੱਡੂ ਨੂੰ ਖਾਣਾ ਸ਼ੁਰੂ ਕਰ ਦਿੰਦਾ। ਉਹ ਡੱਡੂ ਫਿਰ ਫਰਿਆਦ, ਯਾ ਅੱਲਾ ਤੂੰ ਕਿੰਝ ਦਾ ਸਾਨੂੰ ਬਾਦਸ਼ਾਹ ਦੇ ਦਿੱਤਾ, ਉਹ ਸਾਨੂੰ ਹੀ ਖਾਣਾ ਸ਼ੁਰੂ ਹੋ ਗਿਆ। ਉਹ ਸਾਡੇ ਪੈਸੇ ਲੈ ਲੈ ਕੇ ਬਾਹਰ ਦੇ ਮੁਲਕਾਂ ਦੇ ਵਿੱਚ ਜਾਇਦਾਦਾਂ ਬਣਾਉਣ ਡਿਆ, ਸਾਨੂੰ ਮਰਦੇ ਛੱਡ ਕੇ ਭੱਜ ਜਾਂਦਾ, ਅਤੇ ਇਹ ਜਦੋਂ ਦਾ ਦਿਲ ਕਰਦਾ ਸਾਨੂੰ ਖਾਣਾ ਸ਼ੁਰੂ ਕਰ ਦਿੰਦਾ। ਰੱਬ ਕਹਿੰਦਾ ਕਿ ਇਹ ਜਿਹੜੇ ਤੁਸੀਂ ਕਿਸੇ ਹਾਲ 'ਤੇ ਰਾਜ਼ੀ ਨਹੀਂ ਨਾ ਹੁੰਦੇ, ਇਹ ਤੁਹਾਨੂੰ ਇਹਦੀ ਸਜ਼ਾ ਦਿੱਤੀ, ਅਤੇ ਹੁਣ ਤੁਸੀਂ ਜਾਣੋ ਅਤੇ ਤੁਹਾਡਾ ਕੰਮ, ਅਤੇ ਇਹਦੇ ਨਾਲ ਤੁਸੀਂ ਭਾਵੇਂ ਸੁਲ੍ਹਾ ਕਰ ਲਓ, ਭਾਵੇਂ ਇਹਦਾ ਨਵਾਲਾ ਬਣ ਜਾਓ। ਅਤੇ ਸਰਕਾਰ ਗੱਲ ਕਰਨ ਦਾ ਇਹ ਨਤੀਜਾ ਹੈ, ਇਹਦੇ ਵਿੱਚੋਂ ਕੱਢ ਲਵੋ ਤੁਸੀਂ, ਉਹ ਇਹ ਵੇ ਕਿ ਸਾਡੇ ਹਾਲਾਤ ਨਹੀਂ ਬਦਲਦੇ। ਸਾਡੇ ਕੋਲ ਜਿਹੜਾ ਬਾਦਸ਼ਾਹ, ਜਿਹੜਾ ਹੁਕਮਰਾਨ ਆਉਂਦਾ ਵੇ, ਉਹ ਪਹਿਲੇ ਨਾਲੋਂ ਹੀ ਵੱਧ ਸਾਨੂੰ ਅਜ਼ੀਅਤ ਦਿੰਦਾ ਹੈ। ਕਿਸੇ ਕੋਲ ਅਕਲ ਨਹੀਂ ਹੁੰਦੀ, ਕਿਸੇ ਕੋਲ ਜ਼ੁਬਾਨ ਨਹੀਂ ਹੁੰਦੀ, ਕਿਸੇ ਕੋਲ ਕੋਈ ਹੋਰ ਐਸੀ ਕਮੀ ਹੁੰਦੀ ਹੈ ਕਿ ਸਾਨੂੰ ਦੁਨੀਆ 'ਚ ਸ਼ਰਮਿੰਦਾ ਹੋਣਾ ਪੈਂਦਾ ਹੈ। ਸਾਡਾ ਤਹੱਫੁਜ਼ ਨਹੀਂ ਹੋ ਪਾਉਂਦਾ। ਕੋਈ ਕੰਧੇ ਉਹਲੇ ਜਿਹੜੀ ਸੱਚਾਈ ਖਲੋਤੀ ਉਹਨੂੰ ਨਹੀਂ ਵੇਖ ਪਾਉਂਦਾ। ਕੋਈ ਐਸਾ ਆਉਂਦਾ ਹੈ ਕਿ ਉਹਨੂੰ ਆਪਦੇ ਢਿੱਡ ਤੋਂ ਅੱਗੇ ਕੋਈ ਢਿੱਡ ਨਜ਼ਰ ਹੀ ਨਹੀਂ ਆਉਂਦਾ। ਕੋਈ ਆਉਂਦਾ ਵੀ ਵਾਅਦੇ ਕਰਦਾ ਅਤੇ ਉਹਨੂੰ ਇਹ ਨਹੀਂ ਯਾਦ ਰਹਿੰਦਾ ਕਿ ਇਹ ਵਾਅਦੇ ਪੂਰੇ ਵੀ ਕਰਨੇ ਨੇ। ਸੋ ਅਸੀਂ ਤਾਂ ਉਹ ਛੱਪੜ ਵਾਲੇ ਡੱਡੂ ਬਣ ਗਏ, ਜਿਹੜੇ ਹਰ ਵੇਲੇ ਮੁਸੀਬਤ 'ਚ ਰਹਿੰਦੇ ਆ। ਆਪਣੇ ਹੁਕਮਰਾਨਾਂ ਦੀਆਂ ਦਿੱਤੀਆਂ ਅਜ਼ੀਅਤਾਂ ਜਿਹੜੀਆਂ ਨੇ ਉਹ ਸਹਿੰਦੇ। ਸਾਡੇ ਜਿਹੜੇ ਜ਼ਖਮ ਨੇ ਉਹਦੇ 'ਤੇ ਮਰਹਮ ਤਾਂ ਰੱਖਣ ਦੀ ਨੌਬਤ ਹੀ ਨਹੀਂ ਆਉਂਦੀ। ਪਹਿਲੇ ਵਾਲਾ ਜ਼ਖਮ ਹਾਲੇ ਹਰਾ ਹੁੰਦਾ ਅਤੇ ਨਵਾਂ ਜ਼ਖਮ ਲੱਗ ਜਾਂਦਾ। ਕਿਸੇ ਦਾ ਕੀ ਨਾਂ ਲੈਣਾ, ਕਿਹੜਾ ਹੁਕਮਰਾਨ ਚੰਗਾ, ਕਿਹੜਾ ਬੁਰਾ। ਸਾਹਮਣੇ ਦੀਆਂ ਗੱਲਾਂ ਹੀ ਕਰ ਲਓ ਕਿ ਸਾਨੂੰ ਪਤਾ ਹੈ ਕਿ ਜ਼ਮੀਨ ਤਪਦੀ ਪਈ ਹੈ, ਸਾਨੂੰ ਪਤਾ ਹੈ ਕਿ ਜ਼ਿੰਦਾ ਰਹਿਣ ਵਾਸਤੇ ਪਾਣੀ ਅਤੇ ਦਰਖਤ ਲੋੜ ਹੈ, ਪਰ ਸਾਡੇ ਜਿਹੜੇ ਹੁਕਮਰਾਨ ਨੇ ਉਹ ਪਤਾ ਕੀ ਨਾਅਰਾ ਲਾ ਕੇ ਆਉਂਦੇ ਨੇ, ਅਸੀਂ ਸੜਕਾਂ ਬਣਾ ਦਿਆਂਗੇ, ਅਸੀਂ ਅੰਡਰਪਾਸ ਬਣਾ ਦਿਆਂਗੇ, ਅਸੀਂ ਫਲਾਈਓਵਰ ਬਣਾ ਦਿਆਂਗੇ। ਲਾਹੌਰ ਦਾ ਤਾਂ ਹੋ ਗਿਆ ਜੀ ਸਤਿਆਨਾਸ।
ਸਾਰੀਆਂ ਚੀਜ਼ਾਂ ਦੇ ਨਾਲ। ਅਤੇ ਹੁਣ ਇਲੈਕਸ਼ਨ ਜਿੱਤਣ ਵਾਸਤੇ, ਵੋਟਰਾਂ ਦੀ ਹਮਾਇਤ ਲੈਣ ਵਾਸਤੇ ਸੜਕਾਂ ਦਾ ਵੀ ਇਹੋ ਹੀ ਹਾਲ ਹੁੰਦਾ ਹੈ। ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਜਾਂਦਾ ਅਸੀਂ ਸੜਕ ਬਣਾ ਦਿਆਂਗੇ, ਅਤੇ ਉੱਥੋਂ ਦੇ ਰੁੱਖ ਵੱਢ ਕੇ ਉੱਥੇ ਪੱਕੀ ਸੜਕ ਤਪਦੀ ਵਿਛਾ ਦਿੱਤੀ ਜਾਂਦੀ। ਉਹ ਵੀ ਖੁਸ਼ ਅਤੇ ਹਕੂਮਤ ਵੀ ਖੁਸ਼, ਅਤੇ ਜ਼ਮੀਨ ਜਿਹੜੀ ਹੈ ਉਹ ਦੋਜ਼ਖ ਬਣਦੀ ਜਾ ਰਹੀ। ਇੰਝ ਹੀ ਜਨਾਬ ਵਾਅਦਾ ਕੀਤਾ ਜਾਂਦਾ ਹੈ ਤੁਹਾਡੀ ਮਈਸ਼ਤ ਠੀਕ ਕਰ ਦੇਵਾਂਗੇ। ਅਤੇ ਮਈਸ਼ਤ ਕਿਵੇਂ ਠੀਕ ਹੁੰਦੀ? ਕਹਿੰਦੇ ਨੇ ਕਿਸਾਨਾਂ ਨੂੰ ਅਸੀਂ ਕਾਰਡ ਦੇ ਦਿਆਂਗੇ ਅਤੇ ਉਹ ਉਸ ਕਾਰਡ ਨੂੰ ਕਰਜ਼ੇ ਲੈਣ ਵਾਸਤੇ ਇਸਤੇਮਾਲ ਕਰਨਗੇ। ਅੱਛਾ ਜੀ, ਫਿਰ ਜੀ ਗੱਲ ਹੁੰਦੀ ਹੈ ਨੌਜਵਾਨਾਂ ਦੀ। ਨੌਜਵਾਨਾਂ ਨੂੰ ਅਸੀਂ ਕਰਜ਼ੇ ਦੇਵਾਂਗੇ, ਉਹਨਾਂ ਦੀ ਮਈਸ਼ਤ ਠੀਕ ਹੋ ਜਾਏਗੀ। ਫਿਰ ਜੀ ਔਰਤਾਂ ਨੂੰ ਅਸੀਂ ਐਮਪਾਵਰਮੈਂਟ ਦੇਵਾਂਗੇ, ਉਹ ਆਪਣੇ ਪੈਰਾਂ 'ਤੇ ਖਲੋਣਗੀਆਂ। ਕਿਵੇਂ ਖਲੋਣਗੀਆਂ? ਉਹਨਾਂ ਨੂੰ ਕਰਜ਼ੇ ਦੇਵਾਂਗੇ, ਉਹ ਕਰਜ਼ੇ ਨਾਲ ਆਪਣਾ ਕਾਰੋਬਾਰ ਕਰਨਗੀਆਂ ਅਤੇ ਆਪਣੇ ਪੈਰਾਂ 'ਤੇ ਹੋ ਜਾਣਗੀਆਂ। ਚਲੋ ਜੀ ਠੀਕ ਹੈ। ਅਤੇ ਬੰਦਾ ਪੁੱਛੇ ਕਦੀ ਕਰਜ਼ਿਆਂ ਨਾਲ ਵੀ ਕੋਈ ਠੀਕ ਹੋਇਆ? ਜੇ ਮੁਲਕ ਕਰਜ਼ਿਆਂ ਨਾਲ ਬਰਬਾਦ ਹੁੰਦੇ ਨੇ ਨਾ, ਅਤੇ ਖਾਨਦਾਨ ਵੀ ਕਰਜ਼ਿਆਂ ਨਾਲ ਬਰਬਾਦ ਹੁੰਦੇ ਨੇ, ਅਤੇ ਬੰਦੇ ਵੀ ਕਰਜ਼ਿਆਂ ਨਾਲ ਬਰਬਾਦ ਹੁੰਦੇ ਨੇ। ਇਹ ਮਈਸ਼ਤ ਠੀਕ ਕਰਨ ਦਾ, ਮੁਲਕ ਨੂੰ ਠੀਕ ਕਰਨ ਦਾ, ਰਿਆਸਤ ਨੂੰ ਠੀਕ ਕਰਨ ਦਾ ਕੋਈ ਫਾਰਮੂਲਾ ਨਹੀਂ। ਔਰ ਅਫਸੋਸ ਇਹ ਵੇ ਕਿ ਆਖਰ ਉੱਥੇ ਬੰਦੇ ਹੀ ਬਹਿੰਦੇ ਨੇ, ਇਹਨਾਂ ਨੂੰ ਕੋਈ ਦੱਸਦਾ ਨਹੀਂ ਹੈਗਾ ਕਿ ਯਾਰ ਮੁਲਕ ਕਿਵੇਂ ਚਲਾਉਣਾ, ਕੌਮ ਨੂੰ ਕਿਵੇਂ ਚਲਾਉਣਾ। ਉਹ ਸਾਨੂੰ ਤੁਸੀਂ ਉਹ ਛੱਪੜ ਦੇ ਡੱਡੂਆਂ ਨਾਲੋਂ ਵੀ ਭੈੜਾ ਸਮਝ ਲਿਆ। ਸਾਡੇ ਉੱਤੇ ਤੁਸੀਂ ਮੁਸੱਲਤ ਹੀ ਰਹਿਣਾ ਹੈ, ਅਤੇ ਇਹ ਕੀ ਬਣੇਗਾ ਸਾਡਾ? ਅਸੀਂ ਇਹ ਜੇ ਹੁਕਮਰਾਨ ਬਦਲਣ ਦੀ ਦੁਆ ਕਰੀਏ, ਅਤੇ ਹੁਕਮਰਾਨ ਤਾਂ ਬਦਲ ਜਾਂਦੇ ਨੇ ਪਰ ਉਹਨਾਂ ਦੇ ਕੰਮ ਨਹੀਂ ਬਦਲਦੇ। ਇਹਦਾ ਮਤਲਬ ਇਹ ਵੇ ਕਿ ਸਾਡੀ ਦੁਆ ਦੇ ਨਾਲ ਸਾਡੇ ਕਿਸੇ ਅਮਲ ਦੀ ਵੀ ਲੋੜ ਹੈ, ਅਤੇ ਜਿੰਨੀ ਦੇਰ ਤੱਕ ਸਾਡੀ ਦੁਆ ਅਤੇ ਸਾਡਾ ਅਮਲ ਯਾਨੀ ਨੀਅਤ ਉਹ ਇੱਕ ਨਹੀਂ ਨਾ ਹੋਵੇਗੀ, ਉਨੀ ਦੇਰ ਤੱਕ ਤੁਸੀਂ ਸਮਝੋ ਕਿ ਐਸੇ ਹੁਕਮਰਾਨ ਆਉਂਦੇ ਰਹਿਣਗੇ ਜਿਹੜੇ ਸਾਨੂੰ ਖਾਂਦੇ ਰਹਿਣਗੇ, ਜਿਹੜੇ ਸਾਡੇ ਵਾਸਤੇ ਅਜ਼ੀਤਾਂ ਦੇ ਬੀਜ ਬੋਂਦੇ ਰਹਿਣਗੇ, ਅਤੇ ਜਿਹੜੇ ਸਾਡੇ ਨਾਲ ਝੂਠੇ ਵਾਅਦੇ ਕਰਦੇ ਰਹਿਣਗੇ। ਇਹਨਾਂ ਨੂੰ ਪੰਜਾਬੀ 'ਚ ਕਹਿੰਦੇ ਨੇ ਲਾਰੇ ਲਾਉਣਾ, ਅਤੇ ਲਾਰੇ ਲਾਉਂਦੇ ਰਹਿਣਗੇ ਸਾਨੂੰ। ਅਤੇ ਇਹ ਸੂਰਤ ਹਾਲ ਜਨਾਬ ਚੰਗੀ ਨਹੀਂ ਜਾਏਗੀ। ਅਤੇ ਤੁਹਾਡੇ ਕੋਲੋਂ ਗੁਜ਼ਾਰਿਸ਼ ਇਹ ਵੇ ਕਿ ਇਹਨਾਂ ਨੂੰ ਪਛਾਣੋ, ਜਿਹੜਾ ਵੀ ਤੁਹਾਡੇ ਨਾਲ ਕੁਛ ਕਰ ਰਿਹਾ, ਆਪਣੇ ਇਜਤਮਾਹੀ ਜਿਹੜਾ ਏਜੰਡਾ ਹੈ ਮੁਤਾਲਬਾ ਦਾ ਅਵਾਮੀ, ਉਹ ਬਣਾਓ। ਅਵਾਮ ਨਵੇਂ ਸਿਰੇ ਤੋਂ ਸੋਚੇ ਕਿ ਉਹਦੇ ਮੁਤਾਲਬਾ ਕੀ, ਜਿਹੜਾ ਵੋਟ ਲੈਣ ਆਵੇ, ਜਿਹੜਾ ਹਮਾਇਤ ਲੈਣ ਆਵੇ, ਜਿਹੜਾ ਤੁਹਾਡੇ ਨਾਲ ਮਿਲੇ, ਜਿਹੜਾ ਮੀਟਿੰਗ ਕਰੇ, ਜਿਹੜਾ ਤੁਹਾਡੇ ਦੁੱਖ ਸੁੱਖ 'ਚ ਆਵੇ, ਜਿਹੜਾ ਤੁਹਾਨੂੰ ਕਦੀ ਪੁੱਛ ਲਵੇ ਭੁੱਲ ਕੇ, ਉਹਨੂੰ ਦੱਸੋ ਕਿ ਜਨਾਬ ਸਾਨੂੰ ਕਰਜ਼ੇ ਨਹੀਂ ਚਾਹੀਦੇ, ਸਾਡਾ ਮੁਲਕ ਜਿਹੜਾ ਹੈ ਠੀਕ ਕਰੋ, ਇਹਦਾ ਮਾਹੌਲ ਠੀਕ ਕਰੋ, ਇੱਥੇ ਗਵਰਨੈਂਸ ਬਿਹਤਰ ਕਰੋ, ਇੱਥੇ ਇਨਸਾਫ ਲੈ ਕੇ ਆਓ, ਇੱਥੇ ਬੇਕਾਬੂ ਪੁਲਿਸ ਨੂੰ ਲਗਾਮ ਪਾਵੋ, ਇੱਥੇ ਡਾਕੇ ਰੋਕੋ। ਉਹਨਾਂ ਨੂੰ ਇਹ ਕਹੋ, ਉਹਨਾਂ ਨੂੰ ਕਹੋ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਇੰਤਜ਼ਾਮ ਕਰਨ, ਸਾਡੇ ਨੌਜਵਾਨਾਂ ਦੇ ਰੋਜ਼ਗਾਰ ਦਾ ਬੰਦੋਬਸਤ ਕਰਨ। ਇਹ ਏਜੰਡਾ ਜਿਹੜਾ ਹੈ, ਇਹ ਸੜਕਾਂ ਦਾ, ਫਲਾਈਓਵਰ ਦਾ, ਇਹ ਉੱਚੀਆਂ ਬਿਲਡਿੰਗਾਂ ਦਾ ਏਜੰਡਾ ਜਿਹੜਾ ਇਹਨੂੰ ਰੱਦ ਕਰੋ, ਕਿਉਂਕਿ ਇਹ ਕਰਜ਼ਿਆਂ ਵੱਲ ਲੈ ਕੇ ਜਾਂਦਾ ਹੈ। ਇਨੀ ਤੁਹਾਡੀ ਹਿੰਮਤ ਇਸਤਾਦ ਨਹੀਂ ਹੁੰਦੀ, ਅਤੇ ਤੁਹਾਨੂੰ ਕਰਜ਼ੇ ਤੁਹਾਡੀ ਜੇਬ 'ਚ ਪਾ ਕੇ ਕਿਹਾ ਜਾਂਦਾ ਜੀ ਇਹ ਬਣਾਓ, ਤੁਸੀਂ ਉਹ ਬਣਾ ਲੈਂਦੇ ਜੇ। ਉਸ ਬਣਾਉਣ ਤੋਂ ਬਾਅਦ ਫਿਰ ਤੁਸੀਂ ਉਹ ਕਰਜ਼ੇ ਲਾਉਂਦੇ ਜੇ, ਅਤੇ ਕਰਜ਼ੇ ਲੱਥਦੇ ਨਹੀਂ, ਅਤੇ ਫਿਰ ਤੁਸੀਂ ਆਪਣੀ ਕੋਈ ਚੀਜ਼ ਵੇਚਦੇ ਜੇ, ਕਦੀ ਮੋਟਰਵੇ ਗਿਰਵੀ ਰੱਖਦੇ ਜੇ, ਕਦੀ ਤੁਸੀਂ ਰੇਡੀਓ ਪਾਕਿਸਤਾਨ ਦੀ ਬਿਲਡਿੰਗ ਜਿਹੜੀ ਉਹ ਗਹਿਣੇ ਪਾਉਂਦੇ ਜੇ। ਅਤੇ ਗੁਜ਼ਾਰਿਸ਼ ਇਹਨਾਂ ਚੀਜ਼ਾਂ 'ਤੇ ਗੌਰ ਕਰੋ, ਅਤੇ ਸਬਸਕ੍ਰਾਈਬ ਕਰਨ ਦੀ ਤੁਹਾਡੇ ਕੋਲੋਂ ਜਨਾਬ ਇੱਕ ਦਰਖਾਸਤ ਤੁਹਾਨੂੰ ਕਰਨੀ, ਸਬਸਕ੍ਰਾਈਬ ਕਰ ਦਿਓ।